ਜੇ ਅਕਾਲੀ ਦਲ ਸੱਤਾ ਸੀ, ਅਕਾਲੀ ਦਲ ਨੇ ਧੱਕੇ ਕੀਤੇ। ਇਹ ਤਾਂ ਇੱਕ ਰਵਾਇਤ ਪਾਤੀ ਹੈ ਨਾ। ਭਾਈਵਾਲ ਪਾਰਟੀ ਸੀ ਨੇ ਧੱਕੇ ਕੀਤੇ ਦਾ, ਤੁਸੀਂ ਨਾਲ ਹੀ ਭਾਈਵਾਲ ਪਾਰਟੀ। ਅਸੀਂ ਬੈਠੇ ਆ ਨਾ, ਬਾਹਰ ਹੋਏ, ਅਕਾਲੀ ਦਲ ਵੀ ਬਾਹਰ ਹੋਇਆ ਬੈਠਾ। ਜੇ ਗਲਤ ਕੰਮ ਕੀਤੇ ਇਸੇ ਤਰ੍ਹਾਂ ਕਾਂਗਰਸ ਦਾ ਹਾਲ ਹੋ ਜਾਣਾ। ਤੁਸੀਂ ਮੰਨਦੇ ਗਲਤ ਕੰਮ ਹੋਏ ਨੇ, ਫਿਰ ਤੁਸੀਂ ਨਾਲ ਸੀ, ਫਿਰ ਤੁਸੀਂ ਵੀ ਗਲਤ ਕੰਮ ਕੀਤੇ ਨੇ ਅਕਾਲੀ ਨਾਲ। ਤੁਸੀਂ ਬੜੀ ਹਿੱਕ ਠੋਕ ਕੇ ਕਹਿੰਦੇ ਸੀ ਅਸੀਂ ਜਿੱਤਾਂਗੇ, ਤੁਹਾਨੂੰ ਲੱਗਦਾ ਕਿ ਨੁਕਸਾਨ ਹੋਇਆ ਕਿਤੇ ਨਾ ਕਿਤੇ ਜਾ ਕੇ ਕਿਸਾਨੀ ਅੰਦੋਲਨ ਲੈ ਕੇ। ਸਾਡੇ ਵਰਕਰਾਂ ਦੇ ਘਰਾਂ ਨੂੰ ਘੇਰ ਕੇ ਔਰ ਪੁਲਿਸ ਦੀ ਮੌਜੂਦਗੀ 'ਚ ਉਹਨਾਂ ਨੂੰ ਕਿਹਾ ਜਾਂਦਾ ਰਿਹਾ ਕਿ ਤੁਸੀਂ ਰਿਜ਼ਾਈਨ ਕਰੋ, ਬੀਜੇਪੀ ਛੱਡੋ, ਬੀਜੇਪੀ ਤੋਂ ਨਾ ਲੜੋ। ਔਰ ਜਿਸ ਤਰ੍ਹਾਂ ਦਾ ਧੱਕਾ ਵੋਟਾਂ ਵਾਲੇ ਦਿਨ ਕੀਤਾ, ਬੂਥ ਕੈਪਚਰਿੰਗ ਕੀਤੀ ਤੇ ਹੋਰ ਕੀਤਾ, ਉਸ ਦੇ ਬਾਵਜੂਦ ਵੀ ਅਸੀਂ 2 ਸੀਟਾਂ ਜਿਹੜੀਆਂ ਰਾਜਪੁਰਾ ਜਿੱਤ ਲਈਆਂ। ਮੇਰੇ ਦਫ਼ਤਰ ਤੇ ਵੀ ਅਕਾਲੀ ਦਲ ਵਾਲੇ ਵੀ ਹਮਲੇ ਕਰਨ ਆਉਂਦੇ ਸੀ, ਸਾਡੇ ਬੀਜੇਪੀ ਦੇ ਦਫ਼ਤਰਾਂ 'ਚ ਵੀ ਅਕਾਲੀ ਦਲ ਦੇ ਲੋਕ ਵੀ ਵਿੱਚ ਸੀ। ਉਦੋਂ ਬਾਬਰ ਇਹੀ ਚੀਜ਼ ਕਹਿੰਦੇ ਸੀ ਕਿ ਜਿੱਤਾਂਗੇ, ਅਸੀਂ ਜਿੱਤਾਂਗੇ, ਸਾਨੂੰ ਕੌਣ ਰੋਕੂਗਾ ਪਿੰਡਾਂ ਵਿੱਚ ਜਾਣ ਵਾਸਤੇ। ਤੁਸੀਂ ਖੁਦ ਗੱਲ ਕਰ ਰਹੇ ਹੋ ਕਿ ਸਾਡੇ ਕਈ ਵਰਕਰਾਂ ਨੂੰ ਇੱਥੇ ਕਿ ਨਾਮਜ਼ਦ ਵੀ ਨਹੀਂ ਕਰ ਦਿੱਤਾ ਗਿਆ, ਨਾਮ ਵੀ ਨਹੀਂ ਚੋਣਾਂ ਵਿੱਚ ਭਰਨ ਦਿੱਤਾ ਗਿਆ। ਕਿਸਾਨ ਜਿਹੜਾ ਹੈਗਾ ਉਹ ਕੋਈ ਹਮਲੇ ਨਹੀਂ ਕਰਦਾ। ਕਿਸਾਨ ਤਾਂ ਆਪਦਾ ਜਿਆਦਾ ਖੇਤਾਂ 'ਚ ਹੁੰਦਾ, ਤੇ ਜਾਂ ਜੇ ਅੰਦੋਲਨ ਕਰਨ ਵੀ ਚਲਾ ਗਿਆ ਤਾਂ ਉੱਥੇ ਸੜਕਾਂ ਤੇ ਬੈਠਾ। ਹੁਣ ਵੀ ਤੁਸੀਂ ਇਸ ਚੀਜ਼ ਤੇ ਅੜੇ ਹੋਏ ਹੋ ਕਿ ਕਿਸਾਨ ਅੰਦੋਲਨ ਕਰਕੇ ਤੁਹਾਡੀ ਹਾਰ ਨਹੀਂ ਹੋਈ। ਇਹ ਸਾਡੇ 10-20 ਵਰਕਰਾਂ ਤੇ ਵੀ ਹਮਲੇ ਕਰਕੇ ਉਹਨਾਂ ਨੂੰ ਸ਼ਹੀਦ ਕਰਨਗੇ। ਸਾਨੂੰ ਪਤਾ ਜਿਹੜੇ ਬੈਠੇ ਨੇ ਸੜਕਾਂ ਤੇ ਉਹਨਾਂ ਨੂੰ ਤਾਂ ਬਹਿਕਾ ਕੇ ਲੈ ਗਏ। ਉਹ ਜੈਨੂਨ ਕਿਸਾਨ ਬੈਠੇ ਨੇ, ਉਹਨਾਂ ਨੂੰ ਇਹ ਕਹਿਤਾ ਮੈਂ ਵੀ ਜੱਟ ਹਾਂ, ਮੇਰੇ ਕੋਲ ਵੀ ਜ਼ਮੀਨ ਆ, ਮੈਂ ਵੀ ਕਿਸਾਨ ਹਾਂ। ਜੇ ਮੈਨੂੰ ਕੋਈ ਕਹੇ ਤੇਰੀ ਜ਼ਮੀਨ ਤੇ ਕਬਜ਼ਾ ਕਰਾਂਗੇ, ਮੈਂ ਕਹੂੰਗਾ ਆ ਪੈਰ ਰੱਖ ਕੇ ਦਿਖਾ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ 14 ਫਰਵਰੀ ਨੂੰ ਚੋਣਾਂ ਹੋਈਆਂ ਸਨ, ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ, ਉਸ ਤੋਂ ਬਾਅਦ ਰਿਜ਼ਲਟ ਅੱਜ ਆ ਗਏ ਨੇ। ਰਿਜ਼ਲਟ ਬੜੇ ਹੈਰਾਨਜਨਕ ਆਏ ਨੇ, ਕਿਉਂਕਿ ਜਿੱਥੇ ਐਮਪੀ ਸੀ ਕਿਸੇ ਬੀਜੇਪੀ ਦਾ, ਉੱਥੇ ਜਿੱਤ ਨਹੀਂ ਪਾਏ। ਆਮ ਆਦਮੀ ਪਾਰਟੀ ਦੀ ਵੀ ਜਿੱਥੇ ਐਮਐਲਏ ਸੀ, ਉੱਥੇ ਵੀ ਨਾ ਆਮ ਆਦਮੀ ਪਾਰਟੀ ਜਿੱਤ ਪਾਈ। ਔਰ ਸਭ ਤੋਂ ਵੱਡਾ ਬਠਿੰਡਾ ਜੋ ਗੜ੍ਹ ਮੰਨਿਆ ਜਾਂਦਾ ਸੀ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ, ਉਸ ਉੱਪਰ ਵੀ ਉਹਨਾਂ ਨੂੰ ਹਾਰ ਹੋਈ ਹੈ। ਕਾਫੀ ਲੰਮੇ ਅਰਸੇ ਤੋਂ ਬਾਅਦ ਜਿਹੜੀ ਹੈ ਉਹ ਹਾਰ ਹੋਈ ਹੈ। ਕੀ ਲੱਗਦਾ ਕਿਤੇ ਨਾ ਕਿਤੇ ਨੁਕਸਾਨ ਹੋਇਆ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲੱਗ ਹੋਣ ਤੋਂ? ਉਹ ਸਭ ਤੋਂ ਵੱਡਾ ਸਵਾਲ ਜੋ ਅੰਦੋਲਨ ਚੱਲਿਆ ਹੋਇਆ ਸੀ ਇਸ ਸਮੇਂ ਕਿਸਾਨਾਂ ਦਾ, ਉਸ ਵਿੱਚ ਕਿਤੇ ਨਾ ਕਿਤੇ ਬੀਜੇਪੀ ਨੂੰ ਢਾਲ ਲੱਗੀ ਹੈ, ਕਿਉਂਕਿ ਬੀਜੇਪੀ ਕਿਤੇ ਵੀ ਲੀਡ ਕਰਦੀ ਵੀ ਦਿਖਾਈ ਨਹੀਂ ਦਿੱਤੀ। ਕੁਝ ਸੀਟਾਂ ਆਈਆਂ ਨੇ, ਪਰ ਕਿਤੇ ਵੀ ਉਹ ਜੋ ਮੋਨੋਪੋਲੀ ਕਹਿ ਰਹੀ ਸੀ ਜਾਂ ਜਿਹੜੀ ਵੱਡੀ ਜਿੱਤ ਵੱਲ ਇਸ਼ਾਰਾ ਕਰ ਰਹੀ ਸੀ, ਉਹ ਕਿਤੇ ਵੀ ਨਹੀਂ ਮਿਲੀ। ਸਾਡੇ ਨਾਲ ਮੌਜੂਦ ਨੇ ਹਰਜੀਤ ਸਿੰਘ ਗਰੇਵਾਲ ਜੋ ਕਿ ਬੀਜੇਪੀ ਦੇ ਲੀਡਰ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਉਹਨਾਂ ਦੇ ਰਾਜਪੁਰੇ ਹਲਕੇ ਤੋਂ। ਰਾਜਪੁਰੇ ਹਲਕੇ ਤੋਂ 31 ਵਿੱਚੋਂ ਸਿਰਫ 2 ਸੀਟਾਂ ਆਈਆਂ ਨੇ। ਹਰਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ। ਸਵਾਲ ਮੇਰਾ ਪਹਿਲਾਂ ਹੀ ਹੈ, ਤੁਹਾਡੇ ਹਲਕੇ ਤੋਂ ਗੱਲ ਕੀਤੀ ਜਾਵੇ, 31 'ਚ 2 ਸੀਟਾਂ, ਤੁਸੀਂ ਬੜੀ ਹਿੱਕ ਠੋਕ ਕੇ ਕਹਿੰਦੇ ਸੀ ਅਸੀਂ ਜਿੱਤਾਂਗੇ, ਤੁਹਾਨੂੰ ਲੱਗਦਾ ਕਿ ਨੁਕਸਾਨ ਹੋਇਆ ਕਿਤੇ ਨਾ ਕਿਤੇ ਜਾ ਕੇ ਕਿਸਾਨੀ ਅੰਦੋਲਨ ਲੈ ਕੇ? ਨਹੀਂ, ਕਿਸਾਨੀ ਅੰਦੋਲਨ ਕਰਕੇ ਨੁਕਸਾਨ ਨਹੀਂ ਹੋਇਆ। ਨੁਕਸਾਨ ਹੋਇਆ ਜਿਹੜਾ ਕਾਂਗਰਸ ਨੇ ਔਰ ਜਿਹੜੇ ਸੱਤਾ 'ਚ ਦਲ ਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਲੋਕਤੰਤਰ ਦਾ ਘਾਣ ਕੀਤਾ। ਉਹਨਾਂ ਨੇ ਗਲਤ ਪਰੰਪਰਾਵਾਂ ਪਾਈਆਂ। ਔਰ ਇੱਥੋਂ ਤੱਕ ਕਿ ਸਾਡੇ ਵਰਕਰਾਂ ਨੂੰ, ਮੈਂ ਹਿਊਮਨ ਰਾਈਟਸ ਐਕਟਿਵਿਸਟ 'ਤੇ ਹਮੇਸ਼ਾ ਕੁਐਸਚਨ ਮਾਰਕ ਕਰਦਾ। ਉਹ ਇਹ ਆ ਕਿ ਸਾਡੇ ਲਈ ਉਹਨਾਂ ਦੀ ਹਿਊਮਨ ਰਾਈਟਸ ਦੀ ਜਦੋਂ ਵਾਇਲੇਸ਼ਨ ਹੁੰਦੀ ਹੈ, ਪਰਿਭਾਸ਼ਾ ਹੋਰ ਆ, ਦੂਸਰੇ ਲੋਕਾਂ ਲਈ ਹੋਰ ਆ। ਇੱਕ ਵੀ ਹਿਊਮਨ ਰਾਈਟਸ ਐਕਟਿਵਿਸਟ ਨੇ ਇਹ ਨਹੀਂ ਬੋਲਿਆ ਕਿ ਵੀ ਇਹ ਨਹੀਂ ਕਰਨਾ ਚਾਹੀਦਾ। ਸਾਡੇ ਵਰਕਰਾਂ ਦੇ ਘਰਾਂ ਨੂੰ ਘੇਰ ਕੇ ਔਰ ਪੁਲਿਸ ਦੀ ਮੌਜੂਦਗੀ 'ਚ ਉਹਨਾਂ ਨੂੰ ਕਿਹਾ ਜਾਂਦਾ ਰਿਹਾ ਕਿ ਤੁਸੀਂ ਰਿਜ਼ਾਈਨ ਕਰੋ, ਬੀਜੇਪੀ ਛੱਡੋ, ਬੀਜੇਪੀ ਤੋਂ ਨਾ ਲੜੋ। ਸਾਡੇ ਵਰਕਰਾਂ ਦੀ ਇਹੀ ਬਹਾਦਰੀ ਆ ਕਿ ਉਹਨਾਂ ਨੇ ਚੁਣਾਵ ਲੜ ਲਿਆ ਔਰ ਉਹਦੇ 'ਚ ਅਕਾਲੀ ਦਲ ਵੀ ਉਹਨਾਂ ਦਾ ਸਹਿਯੋਗੀ ਰਿਹਾ। ਅਤੇ ਮੈਨੂੰ ਇਸ ਚੀਜ਼ ਦਾ ਵੀ ਅਫਸੋਸ ਆ। ਔਰ ਆਮ ਆਦਮੀ ਪਾਰਟੀ ਵੀ ਸਾਰੇ ਹੀ ਇਸ ਚੀਜ਼ 'ਤੇ ਪਿੱਠ ਥਾਪੜਦੇ ਰਹੇ ਕਿ ਠੀਕ ਹੋ ਰਿਹਾ। ਪਰ ਜਦੋਂ ਉਹਨਾਂ ਨਾਲ ਹੁੰਦਾ, ਅਸੀਂ ਫਿਰ ਵੀ ਇਹਦੀ ਨਿੰਦਾ ਕਰਦੇ ਹਾਂ। ਅਸੀਂ 2 ਪਰਿਭਾਸ਼ਾ ਨਹੀਂ ਕਰਦੇ, ਉਹ 2 ਪਰਿਭਾਸ਼ਾ ਕਰਦੇ ਨੇ। ਔਰ ਲੋਕਤੰਤਰ ਜਿਹੜਾ ਉਹ ਟਰਡੀਸ਼ਨਸ 'ਤੇ ਬੇਸ ਕਰਦਾ, ਪਰੰਪਰਾਵਾਂ 'ਤੇ ਆਧਾਰਿਤ ਹੁੰਦਾ। ਇਹਦੇ ਜਿਹੋ ਜਿਹੀਆਂ ਪਰੰਪਰਾ ਅਸੀਂ ਪਾਵਾਂਗੇ ਉਹੀ ਪਰੰਪਰਾ ਰਹਿਣਗੀਆਂ। ਅਕਾਲੀ ਦਲ ਨੇ ਵੀ ਗਲਤ ਪਰੰਪਰਾਵਾਂ ਪਾਈਆਂ ਸੀ ਜਦੋਂ ਸੱਤਾ 'ਚ ਸੀ, ਪਰ ਇਹਨਾਂ ਨੇ ਤਾਂ ਉਸ ਤੋਂ ਵੀ ਉੱਪਰ ਜਾ ਕੇ ਕਾਂਗਰਸ ਨੇ ਕੰਮ ਕੀਤਾ। ਅਤੇ ਸਾਨੂੰ ਤਾਂ ਜਿਹੜੇ ਰਿਜ਼ਲਟ ਆਏ ਆ ਉਹ ਐਕਸਪੈਕਟਡ ਲਾਈਨ 'ਤੇ ਹੀ ਆਏ ਆ। ਐਸੀ ਕੋਈ ਗੱਲ ਨਹੀਂ ਕਿ ਸਾਨੂੰ ਜਾਣਕਾਰੀ ਨਹੀਂ ਸੀ, ਸਾਨੂੰ ਜਾਣਕਾਰੀ ਸੀ ਕਿ ਕੀ ਕਰ ਰਹੇ ਆ। ਔਰ ਜਿਸ ਤਰ੍ਹਾਂ ਦਾ ਧੱਕਾ ਵੋਟਾਂ ਵਾਲੇ ਦਿਨ ਕੀਤਾ, ਬੂਥ ਕੈਪਚਰਿੰਗ ਕੀਤੀ ਤੇ ਹੋਰ ਕੀਤਾ, ਉਸ ਦੇ ਬਾਵਜੂਦ ਵੀ ਅਸੀਂ 2 ਸੀਟਾਂ ਜਿਹੜੀਆਂ ਰਾਜਪੁਰਾ ਜਿੱਤ ਲਈਆਂ। ਇਹ ਵੀ ਸਮਝੋ ਕਿ ਇਹ ਤਾਂ ਲੋਕਾਂ ਨੇ ਜਿਤਾਈਆਂ ਨੇ। ਉਹਨਾਂ ਨੇ ਮਨ ਬਣਾ ਲਿਆ ਸੀ ਕਿ ਅਸੀਂ ਤਾਂ ਇਹ ਵੋਟਾਂ ਪਾਉਣੀਆਂ ਹੀ ਨੇ। ਉਹ ਇੱਕ ਬੂਥ ਐਸਾ ਹੈਗਾ ਪ੍ਰਵੀਨ ਛਾਬੜਾ ਦਾ, ਜਿਹਦੇ 'ਤੇ ਉਸ ਦਿਨ ਬੂਥ ਕੈਪਚਰ ਕੀਤਾ ਨਾ 200 ਬੰਦਿਆਂ ਨੇ ਆ ਕੇ, ਬਹੁਤ ਸ਼ੋਰ ਸ਼ਰਾਬਾ ਹੋਇਆ। ਉਸ ਦੇ ਬਾਵਜੂਦ ਵੀ ਲੋਕ ਇੰਨੀਆਂ ਵੋਟਾਂ ਪਾਏ ਕਿ ਅਸੀਂ ਜਿੱਤ ਗਏ। ਅਤੇ ਇਸ ਦਾ ਮੈਂ ਜਿਹੜੀ ਜਨਤਾ ਹੈਗੀ ਆ ਉਸ ਨੂੰ ਵਧਾਈ ਦਿੰਦਾ। ਔਰ ਇਹਨਾਂ ਨੂੰ ਪਤਾ ਲੱਗਣਾ ਕਿ ਜਦੋਂ 2022 ਦੇ ਚੋਣ ਆਉਣੇ ਆ, ਕਿਉਂਕਿ ਇਹ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਆ,
ਇਹਨੇ ਵੀ ਆਪਣਾ ਠੀਕ ਤਰ੍ਹਾਂ ਨਾਲ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ ਔਰ ਇਹਨੇ ਵੀ ਮਜ਼ਾਕ ਹੀ ਉਡਾਇਆ ਚੋਣਾਂ ਦਾ। ਕਿੱਥੇ ਸਵਾਲ ਖੜਾ ਕਰਦੇ ਹੋ ਚੋਣ ਕਮਿਸ਼ਨ ਤੇ? ਹਾਂ, ਪੰਜਾਬ ਦਾ ਚੋਣ ਕਮਿਸ਼ਨ ਜਿਹੜਾ ਹੈਗਾ ਉੱਤੇ ਕੁਐਸਚਨ ਮਾਰਕ ਹੈਗਾ ਹੀ ਹੈ। ਕਿਸ ਚੀਜ਼ਾਂ ਲੈ ਕੇ ਕੁਐਸਚਨ ਮਾਰਕ? ਕਿਸ ਚੀਜ਼ਾਂ ਲੈ ਕੇ? ਇਹ ਚੀਜ਼ਾਂ ਨਾਲ ਇਹ ਜਿਸ ਤਰ੍ਹਾਂ ਬੂਥ ਕੈਪਚਰਿੰਗ ਹੋਈ, ਇਹ ਉਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਰੋਕਦੇ, ਦੁਬਾਰਾ ਚੁਣਾਵ ਕਰਾਉਂਦੇ। ਉਹਨਾਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ। ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਕਿ ਫੋਰਸਸ ਜਿਹੜੀਆਂ ਨੇ ਉਹ ਬਾਹਰੋਂ ਲਓ, ਪੰਜਾਬ ਪੁਲਿਸ ਨਿਰਪੱਖ ਕੰਮ ਨਹੀਂ ਉਹਨੂੰ ਕਰਨ ਦੇ ਰਹੀ ਸਰਕਾਰ, ਤੇ ਉਹਦੇ 'ਚ ਵੀ ਉਹ ਨਹੀਂ ਮੰਨੇ ਹੈਗੇ, ਤੇ ਕੋਈ ਵੀ ਚੀਜ਼ ਉਹਨਾਂ ਨੇ ਮੰਨੀ ਨਹੀਂ ਹੈ। ਕਿ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਮਿਲ ਕੇ ਤੁਹਾਡੇ ਜਿਹੜੇ ਬੀਜੇਪੀ ਦੇ ਵਲੰਟੀਅਰ ਸੀ, ਅੱਜ ਬੀਜੇਪੀ ਦੀ ਚੋਣਾਂ ਜਿਹੜੀ ਹੈਗੀਆਂ ਸੀ ਲੋਕਾਂ ਨੂੰ ਧਮਕਾਇਆ, ਤੁਸੀਂ ਚੀਜ਼ ਨੂੰ ਮੰਨਦੇ ਹੋ? ਸਾਡੇ ਖਿਲਾਫ ਉਹ ਇਕੱਠੇ ਸੀ, ਪਰ ਜਦੋਂ ਧਮਕਾਇਆ ਵੀ ਕਿਤੇ ਹੈਗਾ ਹੈ, ਧਮਕਾਇਆ ਵੀ ਹੈਗਾ। ਬਿਲਕੁਲ ਮੇਰੇ ਦਫ਼ਤਰ 'ਤੇ ਵੀ ਅਕਾਲੀ ਦਲ ਵਾਲੇ ਵੀ ਹਮਲੇ ਕਰਨ ਆਉਂਦੇ ਸੀ, ਸਾਡੇ ਬੀਜੇਪੀ ਦੇ ਦਫ਼ਤਰਾਂ 'ਚ ਵੀ ਅਕਾਲੀ ਦਲ ਦੇ ਲੋਕ ਵੀ ਵਿੱਚ ਸੀ ਜਦੋਂ ਹਮਲੇ ਹੋਏ ਨੇ, ਕਾਂਗਰਸ ਵੀ ਵਿੱਚ ਸੀ। ਇਹਨਾਂ ਨੇ ਹੀ ਕੀਤੇ ਨੇ, ਹੋਰ ਬੰਦੇ ਕਿਤੋਂ ਬਾਹਰੋਂ ਆਏ ਨੇ। ਉਹ ਅਕਾਲ ਸੈਨਾ ਜਿਹੜੀ ਖਾਲਿਸਤਾਨ ਦੇ ਵੀ ਨਾਅਰੇ ਲਾਉਂਦੇ ਸੀ, ਇਹੀ ਸੀ ਵਿੱਚ ਸਾਰੇ ਲਵਾਉਣ ਵਾਲੇ, ਇਹੀ ਸੀ ਸਭ ਕਰਨ ਵਾਲੇ। ਸਾਡੇ ਟੈਂਟ ਫਾੜਤੇ, ਸਾਡੇ ਦਫ਼ਤਰ ਤੋੜਤੇ, ਬਹੁਤ ਕੁਝ ਕੀਤਾ ਇਹਨਾਂ ਨੇ। ਐਮਪੀ ਨੇ ਬੀਜੇਪੀ ਦੇ ਦੀ ਗੱਲ ਕਰ ਲਈਏ, ਗੁਰਦਾਸਪੁਰ ਦੀ ਗੱਲ ਕਰ ਲਈਏ, ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਉੱਥੇ ਤੁਹਾਡੇ ਆਪਣੇ ਬੀਜੇਪੀ ਦੇ ਐਮਪੀ ਨੇ, ਫਿਰ ਉੱਥੇ ਤੁਸੀਂ ਕਿਸ ਚੀਜ਼ ਨੂੰ ਲੈ ਕੇ ਕਹਿੰਦੇ ਹੋ ਕਿ ਹਾਰ ਹੋ ਗਈ ਹੈ? ਕਿਤੇ ਨਾ ਕਿਤੇ ਕੋਈ ਕਾਰਨ ਤਾਂ ਹੋਊਗਾ, ਕੀ ਫੈਕਟ ਮੰਨਦੇ ਹੋ ਉੱਥੇ? ਉੱਥੋਂ ਦਾ ਦੇਖੋ, ਉੱਥੋਂ ਦਾ ਅਸ਼ਵਨੀ ਸ਼ਰਮਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ, ਉਹ ਪਠਾਨਕੋਟ ਤੋਂ ਨੇ, ਉਹ ਜ਼ਿਆਦਾ ਬਿਹਤਰ ਦੱਸ ਪਾਉਣਗੇ ਉੱਥੋਂ ਦੀ ਪਰਿਸਥਿਤੀ ਜਿਹੜੀ ਆ। ਉਹ ਬਾਕੀ ਪੰਜਾਬ ਤੋਂ ਜ਼ਰੂਰ ਅਲੱਗ ਆ ਅਤੇ ਸਾਡੀ ਪਰਿਸਥਿਤੀ ਅਲੱਗ ਆ। ਅਤੇ ਇਸ ਕਰਕੇ ਮੈਂ, ਕਿਉਂਕਿ ਸਾਡਾ ਏਰੀਆ ਮਾਲਵੇ 'ਚ ਆ ਜਾਂਦਾ, ਮਾਲਵੇ 'ਚ ਜਿਹੜਾ ਹੈਗਾ ਇਹ ਜ਼ਿਆਦਾ ਆਤੰਕ ਫੈਲਾ ਰੱਖਿਆ ਇਹਨਾਂ ਨੇ। ਕਿਸਾਨ ਦੇ ਮੋਢਿਆਂ 'ਤੇ ਐਂਟੀ ਸੋਸ਼ਲ ਐਲੀਮੈਂਟ ਚੜ੍ਹ ਕੇ, ਔਰ ਇਹ ਪੋਲੀਟੀਕਲ ਪਾਰਟੀਆਂ ਕਾਂਗਰਸ ਵਗੈਰਾ ਇਹ ਸਾਰੇ ਸਾਡੇ 'ਤੇ ਹਮਲੇ ਕਰਦੇ ਰਹੇ। ਅਤੇ ਕਿਸਾਨ ਜਿਹੜਾ ਹੈਗਾ ਉਹ ਕੋਈ ਹਮਲੇ ਨਹੀਂ ਕਰਦਾ। ਕਿਸਾਨ ਤਾਂ ਆਪਦਾ ਜਾਂ ਖੇਤਾਂ 'ਚ ਹੁੰਦਾ, ਅਤੇ ਜਾਂ ਜੇ ਅੰਦੋਲਨ ਕਰਨ ਵੀ ਚਲਾ ਗਿਆ ਤਾਂ ਉੱਥੇ ਸੜਕਾਂ 'ਤੇ ਬੈਠਾ। ਕਿਸਾਨ ਲੀਡਰ ਗੁੰਮਰਾਹ ਕਰ ਸਕਦੇ ਆ ਔਰ ਐਂਟੀ ਸੋਸ਼ਲ ਐਲੀਮੈਂਟ ਵਿੱਚ ਜਾ ਕੇ ਗੜਬੜ ਕਰ ਸਕਦੇ, ਕਿਸਾਨ ਨਹੀਂ ਗੜਬੜ ਕਰਦਾ। ਇਹ ਮੈਂ ਹੁਣ ਵੀ ਕਹਿਣਾ। ਤੁਸੀਂ ਜਿਸ ਨੇ ਜ਼ਿਕਰ ਕਰ ਰਹੇ ਹੋ, ਮੈਂ ਤੁਹਾਡਾ ਪਹਿਲਾਂ ਵੀ ਇੰਟਰਵਿਊ ਕੀਤਾ ਸੀ, ਯਾਦ ਹੋਣਾ ਤੁਹਾਨੂੰ, ਤੁਸੀਂ ਉਦੋਂ ਬਾਬਰ ਇਹੀ ਚੀਜ਼ ਕਹਿੰਦੇ ਸੀ ਕਿ ਜਿੱਤਾਂਗੇ, ਅਸੀਂ ਜਿੱਤਾਂਗੇ, ਸਾਨੂੰ ਕੌਣ ਰੋਕੂਗਾ ਪਿੰਡਾਂ ਵਿੱਚ ਜਾਣ ਵਾਸਤੇ। ਤੁਸੀਂ ਹੁਣ ਖੁਦ ਗੱਲ ਕਰ ਰਹੇ ਹੋ ਕਿ ਸਾਡੇ ਕਈ ਵਰਕਰਾਂ ਨੂੰ ਇੱਥੇ ਕਿ ਨਾਮਜ਼ਦ ਵੀ ਨਹੀਂ ਕਰਨ ਦਿੱਤਾ ਗਿਆ, ਨਾਮ ਵੀ ਨਹੀਂ ਚੋਣਾਂ ਵਿੱਚ ਭਰਨ ਦਿੱਤਾ ਗਿਆ। ਫਿਰ ਕਿੱਥੇ ਜਾ ਕੇ ਕਮੀ ਰਹਿ ਗਈ ਹੈ? ਕਿਤੇ ਨਾ ਕਿਤੇ ਲੱਗਦਾ ਕਿ ਜਿਸ ਨਹੀਂ, ਇਹ ਅੱਜ ਜਿਹੜੀਆਂ ਚੋਣਾਂ ਨੇ ਨਾ, ਇਹ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਕਰਵਾ ਰਿਹਾ। ਜਦੋਂ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਕਰਾਊ ਨਾ, ਵਿਧਾਨ ਸਭਾ ਅਤੇ ਲੋਕ ਸਭਾ, ਉਦੋਂ ਪਤਾ ਲੱਗੂਗਾ। ਮੈਂ ਉਸ ਦੀ ਗੱਲ ਕਰਦਾ ਸੀ, ਤਾਂ ਸਾਨੂੰ ਵੀ ਪਤਾ ਸੀ ਵੀ ਸਾਨੂੰ ਹਰਾਉਣਾ ਇਹਨਾਂ ਨੇ, ਧੱਕਾ ਕਰਨਾ ਹੀ ਕਰਨਾ। ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ, ਜੇ ਅਕਾਲੀ ਦਲ ਸੱਤਾ 'ਚ ਸੀ, ਅਕਾਲੀ ਦਲ ਨੇ ਧੱਕੇ ਕੀਤੇ। ਇਹ ਤਾਂ ਇੱਕ ਰਵਾਇਤ ਪਾਤੀ ਹੈ ਨਾ। ਭਾਈਵਾਲ ਪਾਰਟੀ ਸੀ, ਨਹੀਂ ਧੱਕੇ ਕੀਤੇ ਦਾ ਤੁਸੀਂ ਨਾਲ ਭਾਈਵਾਲ ਪਾਰਟੀ। ਅਸੀਂ ਬੈਠੇ ਆ ਨਾ, ਬਾਹਰ ਹੋਏ, ਅਕਾਲੀ ਦਲ ਵੀ ਬਾਹਰ ਹੋਇਆ ਬੈਠਾ। ਜੇ ਗਲਤ ਕੰਮ ਕੀਤੇ, ਇਸੇ ਤਰ੍ਹਾਂ ਕਾਂਗਰਸ ਦਾ ਹਾਲ ਹੋ ਜਾਣਾ। ਤੁਸੀਂ ਮੰਨਦੇ ਗਲਤ ਕੰਮ ਹੋਏ ਨੇ, ਫਿਰ ਤੁਸੀਂ ਨਾਲ ਸੀ, ਫਿਰ ਤੁਸੀਂ ਵੀ ਗਲਤ ਕੰਮ ਕੀਤੇ ਨੇ ਅਕਾਲੀ ਨਾਲ। ਅਸੀਂ ਤਾਂ ਪ੍ਰਮੁੱਖ ਤਾਂ ਉਹੀ ਸੀ। ਅਸੀਂ ਤਾਂ ਐਵੇਂ ਨਾਮ ਮਾਤਰ ਦਾ, ਜਿਸ ਤਰ੍ਹਾਂ ਕਸਾਈ ਨੇ ਬੱਕਰਾ ਕੱਟਣਾ ਹੁੰਦਾ, ਉਹ ਕੀ ਕਰਦਾ, ਸਾਹਮਣੇ ਕੋਈ ਖੜਾ ਹੁੰਦਾ ਅਤੇ ਉਹ ਕਹਿੰਦਾ ਕੱਟ ਦੂੰ, ਅੱਧਾ ਪਾਪ ਉਹਦੇ ਸਿਰ ਚੜਿਆ ਜਾਂਦਾ, ਮੇਰੇ ਲਗਾਏ ਮੁੰਡੀ ਹਿਲਾ ਦਿੰਦਾ। ਅਸੀਂ ਉਹ ਮੁੰਡੀ ਹਿਲਾਉਣ ਵਾਲੀ ਸੀ ਖਾਲੀ, ਅਸੀਂ ਕੱਟਣ ਵਾਲੇ ਨਹੀਂ ਸੀ ਕੁਛ ਵੀ। ਅਤੇ ਉਹ ਜਿਹੜੀ ਮੁੰਡੀ ਹਿਲਾਈ, ਉਹਦੀ ਸਜ਼ਾ ਸਾਨੂੰ ਮਿਲੀ ਹੈ। ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਅਕਾਲੀ ਦਲ ਨਾਲ ਅਲੱਗ ਹੋਏ ਹੋ, ਜੇ ਬਠਿੰਡੇ ਦੀ ਗੱਲ ਕਰ ਲਈਏ, ਜੇ ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਤੁਹਾਡਾ ਬੜਾ ਅਹਿਮ ਇਲਾਕਾ ਸੀ, ਇੱਥੇ ਗੜ੍ਹ ਮੰਨੇ ਜਾਂਦੇ ਸੀ ਬੀਜੇਪੀ ਦਾ, ਹੁਣ ਇੱਥੇ ਨਹੀਂ ਬਣ ਪਾਉਣਗੇ ਬਠਿੰਡੇ ਵਿੱਚੋਂ। ਜੇ ਅੱਜ ਤੁਸੀਂ ਇਕੱਠੇ ਹੁੰਦੇ, ਲੱਗਦਾ ਸੀ ਕਿ ਲੀਡ ਕਰ ਜਾਂਦੇ ਕਿਤੇ ਨਾ ਕਿਤੇ ਜਾ ਕੇ, ਸੀਟਾਂ ਵੱਧ ਆ ਜਾਂਦੀਆਂ ਤੁਹਾਨੂੰ। ਜੇ ਇਕੱਠੇ ਹੁੰਦੇ ਤਾਂ ਅਲੱਗ ਰਹਿ ਕੇ ਤਾਂ ਲੱਗਦਾ ਕਿ ਫਾਇਦਾ ਨਹੀਂ ਹੋਇਆ। ਦੇਖੋ, ਇਹ ਬੀਤ ਚੁੱਕਿਆ ਜ਼ਮਾਨਾ। ਅਤੇ ਦੂਜਾ, ਅਕਾਲੀ ਦਲ ਦਾ ਭਾਈਵਾਲ ਕਹਿਣਾ ਵੀ ਮੈਂ ਸ਼ਰਮ ਮਹਿਸੂਸ ਕਰਦਾ, ਕਿਉਂਕਿ ਅਕਾਲੀ ਦਲ ਨੇ ਜੋ ਰੋਲ ਅਦਾ ਕੀਤਾ, ਉਹਨਾਂ ਨੇ ਗਠਬੰਧਨ ਧਰਮ ਦਾ ਪਾਲਣ ਨਹੀਂ ਕੀਤਾ। ਆਹ ਬਿੱਲ ਉਹਨਾਂ ਨੇ ਬਣਵਾਏ ਆ, ਬੀਬਾ ਹਰਸਿਮਰਤ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਵੀ, ਪ੍ਰਕਾਸ਼ ਸਿੰਘ ਬਾਦਲ ਵੀ, ਬਾਕੀ ਵੀ ਇਹਨਾਂ ਦੇ ਲੀਡਰ ਜਾ ਕੇ ਬਿੱਲਾਂ ਦੇ ਹੱਕ 'ਚ ਬੋਲਦੇ ਸੀ। ਤੁਹਾਨੂੰ ਸਾਰਿਆਂ ਨੂੰ ਪਤਾ, ਜੇ ਮੈਂ ਝੂਠ ਕਹਿਣਾ ਤਾਂ ਦੱਸੋ, ਕਲਿੱਪਿੰਗਸ ਮੰਗਵਾ ਕੇ ਤੁਹਾਨੂੰ ਦਿਖਾ ਦੂੰਗਾ। ਪਰ ਅਸੀਂ ਤਾਂ ਉਸ ਵੇਲੇ ਟੀ ਵੀ 'ਤੇ ਜਾ ਕੇ ਕੁਝ ਕਹਿੰਦੇ ਹੀ ਨਹੀਂ ਸੀ, ਅਸੀਂ ਜਾਂਦੇ ਹੀ ਨਹੀਂ ਸੀ, ਇਹੀ ਲੜਾਈ ਲੜਦੇ ਸੀ। ਇੱਕਦਮ ਇਹਨਾਂ ਨੇ ਯੂ ਟਰਨ ਲਈ ਅਤੇ ਛਲਾਂਗ ਲਗਾਈ, ਉਲਟੀ ਲਗਾ ਕੇ ਆਪਦਾ ਰਾਹ ਪਏ, ਅਤੇ ਉਹਨਾਂ ਨੇ ਗਠਬੰਧਨ ਧਰਮ ਨਾਲ ਧੋਖਾ ਕੀਤਾ। ਉਹਨਾਂ ਨਾਲ ਕਾਹਦਾ ਗਠਬੰਧਨ? ਔਰ ਅੱਜ ਉਹ ਕਿਹੜੀ ਭਾਸ਼ਾ ਬੋਲਣ ਲੱਗੇ, ਕੀ ਉਹ ਕਰਨ ਲੱਗੇ, ਮੈਨੂੰ ਨਹੀਂ ਸਮਝ ਆਉਂਦੀ। ਇਸ ਕਰਕੇ ਉਹਨਾਂ ਦਾ ਸਮਝੌਤਾ, ਉਹਨਾਂ ਨੂੰ ਮੁਬਾਰਕ। ਅਸੀਂ ਆਪਦੇ ਰਾਹ ਚੱਲ ਰਹੇ ਹਾਂ, ਔਰ ਸਾਡਾ ਰਾਹ ਜਿਹੜਾ ਬੜਾ ਠੀਕ ਆ। ਜਨਤਾ ਸਾਨੂੰ ਸਵੀਕਾਰ ਕਰੂਗੀ, ਸਾਡਾ ਸਮਰਥਨ ਕਰੂਗੀ। ਹੁਣ ਵੀ ਤੁਸੀਂ ਇਸ ਚੀਜ਼ 'ਤੇ ਅੜੇ ਹੋਏ ਹੋ ਕਿ ਕਿਸਾਨ ਅੰਦੋਲਨ ਕਰਕੇ ਤੁਹਾਡੀ ਹਾਰ ਨਹੀਂ ਹੋਈ? ਨਹੀਂ, ਕਿਸਾਨ ਅੰਦੋਲਨ ਕਰਕੇ ਕੋਈ ਹਾਰ ਨਹੀਂ, ਉਹ ਗੁੰਡਿਆਂ ਕਰਕੇ ਹੁੰਦੀ ਹੈ। ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੂੰ, ਸਰਕਾਰੀ ਸ਼ੈ ਆ, ਸਰਕਾਰੀ ਗੁੰਡਾਗਰਦੀ ਆ, ਗਵਰਨਮੈਂਟ ਸਪੋਂਸਰਡ ਜਿਹੜੀ ਗੁੰਡਾਗਰਦੀ ਆ, ਉਹਦੇ ਕਰਕੇ ਹੁੰਦਾ ਹੈ। ਤੁਸੀਂ ਉਹਨੂੰ ਜ਼ਿਕਰ ਕਰ ਰਹੇ ਸੀ ਕਿ ਇਹ ਸੈਂਟਰ ਵੱਲੋਂ ਚੋਣਾਂ ਹੋਣਗੇ, ਚੋਣ ਕਮਿਸ਼ਨ ਸੈਂਟਰ ਵੱਲੋਂ ਆਊਗਾ, 2022 ਜਿੱਤ ਲਓਗੇ ਅੱਗੇ ਜਾ ਕੇ? ਹਾਂ, ਤੁਹਾਡੇ ਸਾਹਮਣੇ ਆਊਗਾ। ਅਸੀਂ ਇਹ ਸਾਡੇ 10-20 ਵਰਕਰਾਂ 'ਤੇ ਵੀ ਹਮਲੇ ਕਰਕੇ ਉਹਨਾਂ ਨੂੰ ਸ਼ਹੀਦ ਕਰਨਗੇ, ਸਾਨੂੰ ਪਤਾ।
ਇਹੋ ਜਿਹੀ ਕੋਈ ਗੱਲ ਕੌਣ ਤੁਹਾਡੇ ਵਰਕਰਾਂ ਦੇ ਹੱਥ ਮਿਲੇ ਕਰੂਗਾ? ਇਹੀ ਸਰਕਾਰ ਨੇ ਹੀ ਕਰਵਾਉਣੇ ਆ, ਇਹਨਾਂ ਗੁੰਡਿਆਂ ਤੋਂ ਹੀ ਕਰਵਾਉਣੇ ਆ, ਹੋਰ ਕਿੱਥੋਂ ਕਰਵਾਉਣੇ ਇਹਨਾਂ ਨੇ। ਪਰ ਸਾਡਾ ਵਰਕਰ ਫਿਰ ਵੀ ਸਾਹਮਣੇ ਟੱਕਰ ਲਊਗਾ, ਕਿਉਂਕਿ ਅਸੀਂ ਪੰਜਾਬ ਨੂੰ ਅਮਨ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਔਰ ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇ। ਇਸ ਕਰਕੇ ਬੀਜੇਪੀ ਦਾ ਇੱਥੇ ਸੱਤਾ 'ਚ ਆਉਣਾ ਬਹੁਤ ਜ਼ਰੂਰੀ ਹੈ। ਏਜੰਸੀਆਂ ਦੀ ਗੱਲ ਕਰ ਲਈਏ, ਇਹ ਏਜੰਸੀਆਂ ਤੱਕ ਖਬਰ ਪਹੁੰਚ ਜਾਂਦੀ ਹੈ ਕਿ ਤੁਸੀਂ ਕੰਪਲੇਂਟ ਕਰੋਗੇ, ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਹਮਲੇ ਹੋਣਗੇ, ਅੱਗੇ ਜਾ ਕੇ ਕੰਪਲੇਂਟ ਕਰੋਗੇ ਦਰਜ ਇਸ ਚੀਜ਼ ਬਾਰੇ, ਜਾਂ ਬੋਲੋਗੇ ਅੱਗੇ ਜਾ ਕੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਅਸੀਂ ਕੀ ਬੋਲਣਾ? ਅਸੀਂ ਤਾਂ ਟੱਕਰ ਲਵਾਂਗੇ, ਹੁਣ ਸਿੱਧੇ ਟੱਕਰਾਂਗੇ। ਪ੍ਰਸ਼ਾਸਨ ਨੂੰ ਕੀ ਬੋਲਣਾ? ਅਸੀਂ ਲੋਕਾਂ 'ਚ ਜਾਵਾਂਗੇ, ਲੋਕਾਂ 'ਚ ਜਾ ਕੇ ਗੱਲ ਕਰਾਂਗੇ, ਜਿਹੜਾ ਰੋਕੂਗਾ ਦੇਖਾਂਗੇ। ਉਹ ਸਰਕਾਰ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ, ਤੇ ਉਹ ਸਰਕਾਰ ਨੇ ਦੇਖਣਾ। ਹੁਣ ਵੈਸਟ ਬੰਗਾਲ 'ਚ ਵੀ ਸਾਡੇ 180 ਦੇ ਕਰੀਬ ਜਿਹੜੇ ਵਰਕਰ ਆ ਉਹ ਸ਼ਹੀਦ ਕਰਤੇ, ਉਸ ਦੇ ਬਾਵਜੂਦ ਅਸੀਂ ਉੱਥੇ ਸੱਤਾ 'ਚ ਆਉਣ ਜਾ ਰਹੇ ਹਾਂ। ਇਸੇ ਤਰ੍ਹਾਂ ਪੰਜਾਬ 'ਚ ਹੋਣਾ, ਤੁਸੀਂ ਦੇਖੋ। ਆਜ਼ਾਦ ਉਮੀਦਵਾਰ ਦੀ ਗੱਲ ਕਰੀਏ, ਆਜ਼ਾਦ ਉਮੀਦਵਾਰ ਦੀ ਗਿਣਤੀ ਬਹੁਤ ਵੱਧ ਗਈ, ਕਾਫੀ ਜਗ੍ਹਾ 'ਤੇ ਜਿੱਤੇ ਨੇ। ਫੈਕਟਰੀ ਮੰਨਿਆ ਜਾਂਦਾ ਸੀ ਕਿ ਚੋਣ ਨਿਸ਼ਾਨ ਟਰੈਕਟਰ ਸੀ। ਅਨੰਦਪੁਰ ਸਾਹਿਬ ਦੀ ਗੱਲ ਕਰੀਏ, 13 ਦੇ 13 ਜਿਹੜੀਆਂ ਸੀਟਾਂ ਸੀ ਆਜ਼ਾਦ ਉਮੀਦਵਾਰ ਨੂੰ ਗਈਆਂ ਨੇ। ਲੱਗਦਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਚੀਜ਼ਾਂ ਜੁੜੀਆਂ ਹੋਈਆਂ ਸੀ ਉਹ ਕਿਤੇ ਪੰਜਾਬ 'ਚ ਦੇਖਣ ਨੂੰ ਮਿਲੀਆਂ ਨੇ, ਲੋਕਾਂ ਨੇ ਵੋਟਾਂ ਪਾਈਆਂ ਨੇ। ਇਹ ਜਿਹੜੇ ਕਿਸਾਨ ਨੇ ਨਾ, 18 ਜਥੇਬੰਦੀਆਂ ਜਿਹੜੀਆਂ ਨੇ, ਉਹ ਇਸ ਵੇਲੇ ਅੰਦੋਲਨ ਨੂੰ ਖਤਮ ਕਰਨ ਦੇ ਰਾਹ 'ਤੇ ਨੇ। ਬਾਕੀ ਜਿਹੜੇ ਨਹੀਂ ਕਰਨ ਦੇ ਰਹੇ, ਉਹਨਾਂ ਦੀ ਮਨਸ਼ਾ ਚੁਣਾਵ ਲੜਨ ਦੀ ਹੈ, ਉਹ ਪਾਰਟੀ ਬਣਾ ਕੇ ਚੁਣਾਵ ਲੜਨਗੇ। ਸਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ, ਅਸੀਂ ਸਾਹਮਣੇ ਲੜਾਂਗੇ। ਅਕਾਲੀ ਦਲ ਦੀਆਂ 5-5 ਹਜ਼ਾਰ ਵੋਟਾਂ ਨਿਕਲਣਗੀਆਂ, ਇਹਦੀ ਪੰਥਕ ਵੋਟ ਸੀ, ਸਾਰੀ ਕਿਸਾਨ ਅੰਦੋਲਨ ਨਾਲ ਚਲੀ ਗਈ, ਅਤੇ ਉਹ ਚੋਣਾਂ ਲੜਨਗੇ ਤਾਂ ਅਕਾਲੀ ਦਲ ਖਾਲੀ ਡੱਬਾ। ਠੀਕ ਹੈ, ਇਹਦਾ ਨੁਕਸਾਨ ਅਕਾਲੀ ਦਲ ਨੂੰ ਹੋਏਗਾ ਜਾਂ ਕਾਂਗਰਸ ਨੂੰ ਹੋਏਗਾ, ਜਾਂ ਜਿਹੜੇ ਇਹ ਉਹਨਾਂ ਦਾ ਗਲਤ ਇਸਤੇਮਾਲ ਕਰਦੇ ਆ ਉਹਨਾਂ ਨੂੰ ਹੋਏਗਾ। ਸਾਨੂੰ ਕੀ ਨੁਕਸਾਨ ਹੈ ਇਹਦਾ? ਅਸੀਂ ਤਾਂ ਪਹਿਲਾਂ ਵੀ ਮੈਦਾਨ 'ਚ ਲੜ ਰਹੇ ਹਾਂ, ਫਿਰ ਲੜਾਂਗੇ। ਨਹੀਂ, ਤੁਹਾਨੂੰ ਲੱਗਦਾ ਤੁਸੀਂ ਹੁਣ ਕਿਸਾਨੀ ਦੀ ਗੱਲ ਕਰਦੇ ਹੋ ਕਿ ਫੈਕਟ ਉਸ ਪਾਸੇ ਚਲਾ ਗਿਆ, ਜਾਂ ਧਾਰਮਿਕ ਪੱਖੋਂ ਤੁਸੀਂ ਦੇਖ ਰਹੇ ਹੋ, ਫਿਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਮੰਨ ਲੈਣੀ ਚਾਹੀਦੀ ਕਿਸਾਨ ਦੀ ਵੋਟ ਤੁਹਾਡੇ ਨਾਲ ਚਲੀ ਜਾਊਗੀ? ਲੱਗਦਾ ਕਿਤੇ ਜ਼ਿਕਰ ਆਉਂਦਾ? ਸਾਨੂੰ ਕੋਈ ਵੋਟ ਪਾਟ ਦੀ ਗੱਲ ਨਹੀਂ ਹੈ, ਅਸੀਂ ਵੋਟ ਕਰਕੇ ਰਾਜਨੀਤੀ ਨਹੀਂ ਕਰਦੇ। ਅਸੀਂ ਤਾਂ ਸਿੱਧਾ ਕਿਸਾਨ ਦੀਆਂ ਵੈਸੇ ਹੀ ਸਾਰੀਆਂ ਗੱਲਾਂ ਮੰਨ ਲਈਆਂ। ਹੁਣ ਤਾਂ ਉਹ ਜਿਹੜੇ ਕਿਸਾਨ ਲੀਡਰ ਜਿਨ੍ਹਾਂ ਦੀ ਮਨਸ਼ਾ ਕਿਸਾਨਾਂ ਦਾ ਭਲਾ ਕਰਨ ਦੀ ਨਹੀਂ ਹੈ, ਉਹ ਨਹੀਂ ਮੰਨ ਰਹੇ ਇਸ ਵੇਲੇ। ਹੋਰ ਕੋਈ ਗੱਲ ਨਹੀਂ ਹੈ। ਕਿਹੜੀ ਜਥੇਬੰਦੀ ਮੰਨ ਗਈ ਨੇ, ਕਿਹੜੀਆਂ ਨਹੀਂ ਮੰਨੀਆਂ? ਤੁਸੀਂ 18 ਜਥੇਬੰਦੀ ਜ਼ਿਕਰ ਕਰਦੇ ਹੋ। ਇਸ ਤਰ੍ਹਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਇਸ ਵੇਲੇ। ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਔਰ ਮੈਨੂੰ ਲੱਗਦਾ ਖਤਮ ਹੋ ਜੂਗੀ ਜਲਦੀ, ਜੇ ਉਹ ਕਿਸਾਨ ਦੇ ਹਿੱਤ ਸੋਚਣਗੇ। ਮੈਂ ਕਿਸੇ 'ਤੇ ਕੋਈ ਅਜੇ ਗੱਲ ਨਹੀਂ ਕਰਨੀ, ਜਦੋਂ ਮੌਕਾ ਆਊਗਾ ਉਹ ਗੱਲਾਂ ਵੀ ਕਰਾਂਗੇ। ਤੁਹਾਨੂੰ ਲੱਗਦਾ ਕਿੱਥੇ ਅੱਗੇ ਗੱਲ ਨਿਬੜ ਸਕਦੀ? ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਕਿੱਥੇ ਅੱਗੇ ਨਿਬੜ ਸਕਦੀ ਹੈ, ਕਿੱਥੇ ਸਮਝੌਤਾ ਹੋ ਸਕਦਾ? ਗੱਲ ਤਾਂ ਨਿਬੜ ਗਈ। ਉਹਨਾਂ ਨੂੰ ਕਹਿੰਦਾ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 5 ਦੀ ਅਸੀਂ ਦੇ ਦੇਣ, ਜਿਹੋ ਜਿਹੇ ਕਾਨੂੰਨ ਬਣਾਉਣੇ ਬਣਾ ਲਓ। ਗੱਲ ਨਿਬੜੀ ਪਈ ਹੈ, ਕੀ ਰਹਿ ਗਿਆ? ਫਿਰ ਵਾਪਸ ਆਉਣ ਨੂੰ ਕਿਉਂ ਨਹੀਂ ਮੰਨਦੇ? ਵਾਪਸ ਵੀ ਤਾਂ ਨਹੀਂ ਆਉਂਦੇ ਨਾ। ਅਰੇ ਵਾਪਸ 5000 ਕਾਨੂੰਨ ਬਣੇ ਹੋਏ ਆ, ਵਾਪਸ ਲਵਾਂਗੇ। ਵਿਵਸਥਾ ਚਲਾਉਣ ਲਈ ਕਾਨੂੰਨ ਤਾਂ ਚਾਹੀਦੇ ਨੇ। ਐਵੇਂ ਜੋ ਗੱਲ ਕੋਈ ਸੜਕ 'ਤੇ ਚੱਲਦਾ ਕਹਿ ਦੂਗਾ ਉਹੀ ਮੰਨ ਕੇ ਸਰਕਾਰ ਚੱਲਦੀ ਹੈ, ਇੱਦਾਂ ਦਾ ਗੱਲ ਕੁਛ ਨਹੀਂ ਹੈ। ਔਰ ਇੱਦਾਂ ਦਾ ਡਰਾਵਾ ਵੀ ਨਹੀਂ ਚੱਲਣਾ। ਸਾਹਮਣੇ ਆ ਜਾਣਾ ਸਾਰਾ, ਜਿਹੜੇ ਆ ਕਹਿੰਦੇ ਨੇ ਵਾਪਸ ਲਓ, ਉਹ ਦੇਸ਼ ਦੀ ਨੱਕ ਕੱਟਣਾ ਚਾਹੁੰਦੇ ਆ। ਸਾਹਮਣੇ ਆ ਜਾਣੇ ਆ ਕਿ ਵਿਦੇਸ਼ਾਂ ਤੋਂ ਕੀ ਲਿੰਕ ਨੇ, ਜਾਂਚ ਏਜੰਸੀਆਂ ਦੱਸਣਗੀਆਂ, ਸਾਹਮਣੇ ਆਊਗਾ, ਤੁਸੀਂ ਦੇਖਿਓ। ਉਸ ਤੋਂ ਬਾਅਦ ਇਹ ਸ਼ਕਲ ਦਿਖਾਉਣ ਦੇ ਕਾਬਲ ਨਹੀਂ ਰਹਿਣੇ, ਬਹੁਤ ਲੋਕ ਐਕਸਪੋਜ਼ ਹੋ ਜਾਣੇ ਇਹਦੇ 'ਚ। ਕਈ ਪੋਲੀਟੀਕਲ ਪਾਰਟੀਆਂ ਵੀ ਹੋ ਜਾਣੀਆਂ ਜਿਹੜੇ ਇਹ ਕੰਮ ਕਰਦੇ ਆ। ਮੈਂ ਤਾਂ ਕਿਸਾਨਾਂ ਦੀ ਗੱਲ ਕਰ ਲਈ, ਤੁਸੀਂ ਉਹਨੇ ਕਿਹਾ ਵੀ ਐਕਸਪੋਜ਼ ਹੋ ਜਾਣਗੇ, ਕਿਉਂਕਿ ਪਿਛਲੇ 2016 ਤੋਂ ਲੈ ਕੇ 2020 ਦੀ ਗੱਲ ਕਰ ਲਈਏ, ਦੇਸ਼ ਦੋ ਦੇ ਪਰਚੇ ਜਿਹੜੇ ਸਾਰੇ ਨਾਲ ਜ਼ਿਆਦਾ ਨੇ ਬੀਜੇਪੀ ਦੇ ਕਾਰਜਕਾਲ ਵਿੱਚ ਹੋਏ ਨੇ। ਕੀ ਕਾਰਨ ਮੰਨਦੇ ਹੋ ਕਿ ਕੋਈ ਵਿਰੋਧ ਕਰਦਾ ਪਾਰਟੀ ਦਾ ਤਾਂ ਪਰਚੇ ਹੁੰਦੇ ਨੇ? ਨਹੀਂ, ਪਾਰਟੀ ਦੇ ਵਿਰੋਧ 'ਤੇ ਨਹੀਂ ਪਰਚਾ ਹੁੰਦਾ, ਦੇਸ਼ ਦੇ ਵਿਰੋਧ 'ਤੇ ਪਰਚਾ ਹੁੰਦਾ। ਸਾਨੂੰ ਜ਼ਿਆਦਾ ਤੁਹਾਡੇ ਕਾਰਜਕਾਲ ਦੇ ਵਿੱਚ ਨੇ? ਕੋਈ ਗੱਲ ਨਹੀਂ ਹੈ, ਕੋਈ ਸਾਡੇ ਕਾਰਜਕਾਲ 'ਚ ਕੋਈ ਜ਼ਿਆਦਾ ਨਹੀਂ ਹੋਏ, ਪਹਿਲਾਂ ਵੀ ਬਹੁਤ ਹੁੰਦੇ ਸੀ। ਹੁਣ ਤੁਸੀਂ ਇੱਕ ਚੀਜ਼ ਦੱਸੋ ਬਈ, ਜਿਹਨੇ ਦਿੱਲੀ ਦੰਗੇ ਕੀਤੇ, ਉਹਨੂੰ ਦਿੱਲੀ ਦੰਗਿਆਂ ਦਾ ਦੋਸ਼ੀ ਹੋਵੇ, ਉਹਦੇ 'ਤੇ ਪਰਚਾ ਹੋਵੇ ਜਾਂ ਨਾ ਹੋਵੇ, ਤਾਹਿਰ ਹੁਸੈਨ 'ਤੇ, ਤੇ ਇਹ ਕਹਿੰਦੇ ਉਹਨੂੰ ਵੀ ਛੱਡੋ। ਉੱਥੇ ਤਖਤੀ ਲੈ ਕੇ ਬੈਠੇ ਸੀ, ਉਹਨੂੰ ਵੀ ਛੱਡੋ। ਜਦੋਂ ਜਾ ਕੇ ਪੱਤਰਕਾਰਾਂ ਨੇ ਪੁੱਛਿਆ, ਤੁਹਾਡੇ ਵਰਗੇ ਵੀਰਾਂ ਨੇ, ਕਿ ਬਈ ਇਹ ਸ਼ਰਜੀਲ, ਇਹ ਤਾਹਿਰ ਹੁਸੈਨ, ਇਹ ਸਾਰੇ ਜਿਹੜੇ ਦੰਗਿਆਂ ਦੇ ਦੋਸ਼ੀ ਨੇ, ਇਹਨਾਂ ਦੇ ਹੱਕ 'ਚ ਤੁਸੀਂ ਕਿਉਂ ਇਹ ਲੈ ਕੇ ਬੈਠੇ ਹੋਏ ਹੋ? ਤੇ ਉਹਨਾਂ ਨੇ ਕਿਹਾ ਜੀ ਸਾਨੂੰ ਨਹੀਂ ਪਤਾ, ਤੁਸੀਂ ਸਾਡੇ ਲੀਡਰ ਨੂੰ ਪੁੱਛੋ। ਲੀਡਰ ਸੀ ਜੋਗਿੰਦਰ ਸਿੰਘ ਉਗਰਾਹਾਂ, ਉਹ ਕਹਿੰਦਾ ਜੀ ਇਹ ਸਾਡੀ ਵਿਚਾਰਧਾਰਾ ਹੈਗੀ, ਅਸੀਂ ਲੈ ਕੇ ਬੈਠੇ ਹਾਂ। ਅਰਬਨ ਨਕਸਲਾਈਟਸ 'ਤੇ ਵੀ ਲੈ ਕੇ ਬੈਠੇ ਸੀ, ਉਹਦੇ ਨਾਲ ਕਿਸਾਨ ਦਾ ਕੀ ਹਿੱਤ ਹੋਣਾ ਜੀ? ਜੇ ਵਿਚਾਰਧਾਰਾ ਇਹ ਹੈ ਉਹਨਾਂ ਦੀ, ਤਾਂ ਉਹ ਕਿਸਾਨ ਦੇ ਹਿੱਤ 'ਚ ਕੀ ਕਰ ਰਹੇ ਹੈ? ਅਤੇ ਇਸ ਕਰਕੇ ਮੈਂ ਇੱਕ ਚੀਜ਼ ਤੁਹਾਨੂੰ ਅੱਜ ਹੋਰ ਦੱਸਦਾ ਕਿ ਇਹ ਕਮਿਊਨਿਸਟ ਜਿਹੜੀ ਫੈਕਟਰੀ 'ਤੇ ਜਾ ਕੇ ਝੰਡਾ ਲਾ ਦੇਣ, ਉਹ ਬੰਦ ਕਰਾ ਕੇ ਹੀ ਨਿਕਲਦੇ ਆ। ਅਤੇ ਇਹ ਕਮਿਊਨਿਸਟ ਅੰਦੋਲਨ 'ਚ ਆ ਗਏ ਨੇ। ਇਹ ਮੇਰੇ ਵੀਰਾਂ ਨੇ ਕਿਸਾਨਾਂ ਦਾ ਨੁਕਸਾਨ ਕਰਕੇ ਹੀ ਨਿਕਲਣਾ, ਇਹਨਾਂ ਨੇ ਅੰਦੋਲਨ ਸਫਲ ਕਰਕੇ ਨਹੀਂ। ਪੰਜਾਬ ਦਾ ਕਿਸਾਨ ਦੇ ਨਾਲ ਬਾਕੀ ਤੁਸੀਂ ਕਮਿਊਨਿਸਟ ਦੀ ਗੱਲ ਕੀਤੀ ਹੈ, ਹੋਰ ਵਰਗ ਦੇ ਵੀ ਲੋਕ ਗਏ ਨੇ, ਉਹਨਾਂ ਨੂੰ ਆਪਾਂ ਨਕਾਰ ਨਹੀਂ ਸਕਦੇ ਉੱਥੇ ਜਿਹੜੇ ਬੈਠੇ ਨੇ। ਦੇਖੋ, ਜਿਹੜੇ ਬੈਠੇ ਨੇ ਸੜਕਾਂ 'ਤੇ, ਉਹਨਾਂ ਨੂੰ ਤਾਂ ਬਹਿਕਾ ਕੇ ਲੈ ਗਏ। ਉਹ ਜੈਨੂਨ ਕਿਸਾਨ ਬੈਠੇ ਨੇ, ਉਹਨਾਂ ਨੂੰ ਇਹ ਕਹਿਤਾ ਮੈਂ ਵੀ ਜੱਟ ਹਾਂ, ਮੇਰੇ ਕੋਲ ਵੀ ਜ਼ਮੀਨ ਆ, ਮੈਂ ਵੀ ਕਿਸਾਨ ਹਾਂ। ਜੇ ਮੈਨੂੰ ਕੋਈ ਕਹੇ ਤੇਰੀ ਜ਼ਮੀਨ 'ਤੇ ਕਬਜ਼ਾ ਕਰਾਂਗੇ, ਮੈਂ ਕਹੂੰਗਾ ਆ ਪੈਰ ਰੱਖ ਕੇ ਦਿਖਾ। ਉਹਨਾਂ ਦੇ ਵੀ ਮੇਰੇ ਵਰਗੀ ਵਿਚਾਰਧਾਰਾ। ਉਹਨਾਂ ਨੂੰ ਜਦੋਂ ਕਿਹਾ ਤੁਹਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲੈਣਾ, ਅਤੇ ਅਡਾਨੀ ਅੰਬਾਨੀ ਨੇ ਕਰ ਲੈਣਾ, ਅਤੇ ਸਰਕਾਰ ਨੇ ਕਰਵਾ ਦੇਣਾ, ਉਹਨਾਂ ਨੇ ਕਿਹਾ ਚਲੋ ਸਰਕਾਰ ਨੂੰ ਦੇਖਦੇ ਹਾਂ। ਉਹ ਜਾ ਕੇ ਸੜਕਾਂ 'ਤੇ ਬਹਿ ਗਏ।
ਮਰਨ ਤੇ ਹੋ ਕੇ ਬੈਠੇ ਨੇ, ਉਹ ਠੀਕ ਬੈਠੇ ਨੇ, ਪਰ ਜਿਨ੍ਹਾਂ ਨੇ ਭੜਕਾਇਆ, ਗਲਤ ਰਸਤਾ ਉਹਨਾਂ ਨੂੰ ਦਿੱਤਾ, ਗੱਲ ਮੈਂ ਉਹਨਾਂ ਦੀ ਕਰਦਾ, ਲੀਡਰਾਂ ਦੀ ਕਰਦਾ। ਜਿਨ੍ਹਾਂ ਨੇ ਫੈਕਟਰੀ 'ਤੇ ਝੰਡਾ ਲਾ ਕੇ ਫੈਕਟਰੀ ਬੰਦ ਕਰਾ ਕੇ ਨਿਕਲਦੇ, ਮੈਂ ਉਹਨਾਂ ਦੀ ਕਰਦਾ, ਕਮਿਊਨਿਸਟਾਂ ਦੀ। ਵਿੱਚ ਬਹੁਤੀਆਂ ਕਮਿਊਨਿਸਟ ਜਥੇਬੰਦੀਆਂ ਨੇ। ਨਹੀਂ, ਉਹਨੇ ਲੱਗਦਾ ਕਿ ਕਮਿਊਨਿਸਟ ਵਰਸਸ ਪੰਜਾਬ ਕਰਕੇ ਜਾਂ ਕਮਿਊਨਿਸਟ ਵਰਸਸ ਸਿੱਖ ਕਰਕੇ ਚੀਜ਼ ਨੂੰ ਭੜਕਾਇਆ ਜਾ ਰਿਹਾ, ਲੱਗਦਾ ਕਿਤੇ? ਦੇਖੋ, ਸਿੱਖਾਂ ਦਾ ਤਾਂ ਨਾਂ ਜਾਣ-ਬੁੱਝ ਕੇ ਇਹਦੇ 'ਚ ਇਨਵੋਲਵ ਕੀਤਾ ਜਾ ਰਿਹਾ। ਕਿਸਾਨ ਜਿਹੜਾ ਨਾ, ਉਹ ਬਣੀਆਂ ਵੀ ਹੋ ਸਕਦਾ, ਜਿਹੜਾ ਖੇਤੀ ਕਰਦਾ ਉਹ ਕਿਸਾਨ ਆ, ਜਿਹੜਾ ਜ਼ਮੀਨ ਨਾਲ ਜੁੜਿਆ ਉਹ ਕਿਸਾਨ ਆ। ਉਹ ਬ੍ਰਾਹਮਣ ਵੀ ਹੋ ਸਕਦਾ, ਉਹ ਜਾਟ ਵੀ ਹੋ ਸਕਦਾ, ਉਹ ਜੱਟ ਵੀ ਹੋ ਸਕਦਾ, ਉਹ ਸਿੱਖ ਵੀ ਹੋ ਸਕਦਾ, ਉਹ ਕ੍ਰਿਸਚੀਅਨ ਵੀ ਹੋ ਸਕਦਾ, ਉਹ ਮੁਸਲਮਾਨ ਵੀ ਹੋ ਸਕਦਾ। ਠੀਕ ਹੈ, ਕਿਸਾਨ ਨੂੰ ਜਾਤੀ ਧਰਮ ਜਾਂ ਵਰਗ ਨਾਲ ਜੋੜ ਕੇ ਅਸੀਂ ਹਮੇਸ਼ਾ ਨੁਕਸਾਨ ਕਰਦੇ ਹਾਂ। ਇਹ ਪੰਜਾਬ 'ਚ ਤਾਂ ਪੰਜਾਬ ਦੇ ਹਾਲਾਤ ਵਿਗਾੜਨ ਦੇ ਲਈ ਲੋਕ ਇਹ ਕਰਦੇ ਆ, ਕਿਉਂਕਿ ਮੈਨੂੰ ਪਤਾ ਹੀ ਕਹਿੰਦੇ ਕਈ ਵਾਰ ਫੋਨ ਕਰਕੇ, ਤੂੰ ਯਾਰ ਸਿੱਖ ਹੋ ਕੇ ਸਿੱਖਾਂ ਦੇ ਖਿਲਾਫ ਗੱਲ ਕਰਦਾ। ਮੈਂ ਕਿਹਾ ਇਹ ਸਿੱਖਾਂ ਦਾ ਕਿੱਥੇ ਆ ਗਿਆ ਮਸਲਾ ਜੀ? ਸਿੱਖ ਹੋਣ ਦਾ ਸਰਟੀਫਿਕੇਟ ਵੀ ਹੁਣ ਤੁਸੀਂ ਦੇਣ ਲੱਗ ਗਏ, ਇਹ ਤਾਂ ਗੁਰੂ ਨੇ ਦੇਣਾ ਸੀ। ਅਤੇ ਇਸ ਕਰਕੇ ਇਹ ਜਿਹੜੇ ਠੇਕੇਦਾਰ ਨੇ, ਇਹਨਾਂ ਤੋਂ ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ, ਅਤੇ ਸਰਕਾਰ ਉਸੇ ਕੰਮ 'ਚ ਲੱਗੀ ਹੈ, ਇਹਨਾਂ ਨੂੰ ਜ਼ਰੂਰ ਬਚਾਵਾਂਗੇ। 2022 ਦਾ ਕੀ ਪਲਾਨ ਹੈ? 2022 'ਚ ਹੁਣ ਜਾ ਕੇ ਕੀ ਕਰੋਗੇ? ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਹੈਗੀ ਉਹ ਲੀਡ ਨਹੀਂ ਕਰ ਪਾਈ, ਬੀਜੇਪੀ ਪੂਰੀ ਤਾਂ ਫੇਲ ਹੋ ਚੁੱਕੀ ਪੰਜਾਬ 'ਚ। ਆਪਾਂ ਜੇ ਨਗਰ ਨਿਗਮ ਦੀ ਗੱਲ ਕਰੀਏ, 2022 ਦਾ ਕੀ ਪਲਾਨ ਹੈ? ਐਸਾ ਕੁਛ ਨਹੀਂ, ਫੇਲ ਫੂਲ ਹੋਏ, ਨਗਰ ਨਿਗਮਾਂ ਨਾਲ ਫੇਲ ਨਹੀਂ ਹੁੰਦੇ, ਨਾ ਪੰਚਾਇਤਾਂ ਨਾਲ ਫੇਲ ਹੁੰਦੇ ਆ। ਇਹ ਤਾਂ ਜ਼ਬਰਦਸਤੀ ਕਬਜ਼ੇ ਹੁੰਦੇ ਆ, ਜਿਹਦੀ ਸਰਕਾਰ ਹੁੰਦੀ ਹੈ, ਜਿਸकी ਲਾਠੀ ਉਸकी ਭੈਂਸ। ਔਰ ਇਹ ਤਾਂ ਅਸੀਂ 2022 'ਚ ਸੱਤਾ 'ਚ ਆਉਣਾ ਹੀ ਆਉਣਾ, ਇਹ ਸਾਨੂੰ ਰੋਕ ਨਹੀਂ ਸਕਦੇ। ਹੋਰ 2-3 ਮਹੀਨਿਆਂ 'ਚ ਅਸੀਂ ਮੈਦਾਨ 'ਚ ਨਿਕਲ ਲੈਣਾ, ਤੁਸੀਂ ਦੇਖਿਓ ਫਿਰ ਕੀ ਹੁੰਦਾ। ਜੋ ਇਹਨਾਂ ਨੇ ਕਰਨਾ ਇਹ ਕਰਨ। ਇੱਕ ਮਾਰਨ ਨੂੰ ਤੁਰਿਆ ਫਿਰਦਾ, ਇੱਕ ਮਰਨ ਨੂੰ ਤੁਰਿਆ ਫਿਰਦਾ। ਬੀਜੇਪੀ ਮਰਨ ਵਾਸਤੇ ਫਿਰ ਰਹੀ ਆ, ਇਹ ਮਾਰਨ ਨੂੰ ਫਿਰ ਰਹੇ ਨੇ। ਕੌਣ ਮਾਰਨ ਨੂੰ ਫਿਰਦੇ ਨੇ? ਇਹੀ ਸਾਰੇ ਜਿਹੜੇ ਆ ਗੁੰਡਾ ਐਲੀਮੈਂਟ ਤੇ ਆ, ਕਾਂਗਰਸ ਤੇ ਸਾਰੇ ਹੈਗੇ ਆ, ਪਿੱਛੇ ਅਕਾਲੀ ਦਲ, ਇਹ ਇਸ ਕੰਮ ਲਈ ਤੁਰੇ ਫਿਰਦੇ ਆ। ਅਤੇ ਅਸੀਂ ਉਸ ਲਈ ਤਿਆਰ ਹਾਂ, ਕਿਉਂਕਿ ਪੰਜਾਬ ਦੀ ਸ਼ਾਂਤੀ ਲਈ ਅਗਰ ਸਾਨੂੰ ਸ਼ਹਾਦਤਾਂ ਵੀ ਦੇਣੀਆਂ ਪੈਣ, ਜ਼ਰੂਰ ਦੇਵਾਂਗੇ। ਤੇ ਸਾਰੀ ਗੱਲਬਾਤ ਸੁਣੀ। ਸਾਡੇ ਨਾਲ ਮੌਜੂਦ ਸਨ ਹਰਜੀਤ ਸਿੰਘ ਗਰੇਵਾਲ, ਬੀਜੇਪੀ ਦੇ ਲੀਡਰ ਨੇ ਪੰਜਾਬ ਤੋਂ। ਸਪਸ਼ਟ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਇਹ ਕੋਈ ਨਗਰ ਨਿਗਮ ਚੋਣਾਂ ਜਿਹੜੀਆਂ ਹੈਗੀਆਂ ਤੈਅ ਨਹੀਂ ਕਰਦੀਆਂ ਭਵਿੱਖ, ਕਿ ਪੰਜਾਬ ਵਿੱਚ ਸਰਕਾਰ ਆਏਗੀ ਕਿ ਨਹੀਂ ਆਏਗੀ। 2022 'ਚ ਪਤਾ ਲੱਗੂਗਾ। 2022 ਵਿੱਚ ਫਿਰ ਦੁਹਰਾ ਰਹੇ ਨੇ ਕਿ ਬੀਜੇਪੀ ਸਰਕਾਰ ਬਣੂਗੀ, ਪਰ ਲੋਕਾਂ 'ਚ ਲੋਕਤੰਤਰ ਹੈ, ਲੋਕਾਂ ਦਾ ਰਾਜ ਹੈ, ਲੋਕ ਦੱਸਣਗੇ 2022 'ਚ ਕਿਹਦੀ ਸਰਕਾਰ ਬਣੇਗੀ। ਉਹ ਸਭ ਤੋਂ ਵੱਡਾ ਸਵਾਲ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਇਹਨਾਂ ਨੇ ਗੱਲ ਕਹੀ ਹੈ ਕਿ ਉਸ ਵਿੱਚ ਸਾਨੂੰ ਕੋਈ ਵੀ ਘਾਟਾ ਨਹੀਂ ਪਿਆ ਕਿਸਾਨੀ ਅੰਦੋਲਨ ਲੈ ਕੇ, ਜਾਂ ਕਿਸਾਨਾਂ ਨੇ ਕਿਤੇ ਵਿਰੋਧ ਨਹੀਂ ਕੀਤਾ। ਪਰ ਸੋਸ਼ਲ ਮੀਡੀਆ 'ਤੇ ਜਿਸ ਤੱਕ ਵੀਡੀਓ ਵਾਇਰਲ ਹੋ ਰਹੀਆਂ ਸੀ, ਕਿਸਾਨ ਵੀ ਕਿਤੇ ਉਹਦੇ 'ਚ ਹੈਗੇ ਸੀ, ਪਰ ਇਹ ਗੱਲ ਤੋਂ ਨਿਕਾਲ ਰਹੇ ਨੇ ਕਿ ਸਾਨੂੰ ਕਿਸਾਨੀ ਅੰਦੋਲਨ ਕਰਕੇ ਕੋਈ ਵੀ ਬੀਜੇਪੀ ਪਾਰਟੀ ਨੂੰ ਪੰਜਾਬ 'ਚ ਨਗਰ ਨਿਗਮ 'ਚ ਘਾਟਾ ਨਹੀਂ ਪਿਆ। ਲੋਕਾਂ ਨੇ ਜੋ ਚੋਣਾਂ ਵਿੱਚ ਫਤਵਾ ਦਿੱਤਾ, ਉਹ ਕਿਤੇ ਨਾ ਕਿਤੇ 2022 ਦੀਆਂ ਰਾਜਨੀਤੀ ਚੋਣਾਂ ਜਿਹੜੀਆਂ ਉਹ ਤੈਅ ਕਰਨਗੀਆਂ।